ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿੰਨਾ ਵੀ ਉਪਦੇਸ਼ ਹੈ, ਸਾਰਾ ਉਪਦੇਸ਼ ਬੈਰਾਗਮਈ ਹੈ। ਸਤਿਗੁਰ ਦੀ ਬਾਣੀ ਖੁਦ ਬੈਰਾਗੀ ਹੈ ਤੇ ਸਾਨੂੰ ਵੀ ਬੈਰਾਗ ਦਾ ਹੀ ਉਪਦੇਸ਼ ਦਿੰਦੀ ਹੈ। ਤੇ ਜਿਹੜਾ ਇਸ ਬਾਣੀ ਨਾਲ ਜੁੜੇ, ਫਿਰ ਸਤਿਗੁਰ ਦੀ ਬਾਣੀ ਉਹਨੂੰ ਵੀ ਆਪਣੇ ਵਰਗਾ, ਉਹਨੂੰ ਵੀ ਬੈਰਾਗੀ ਬਣਾ ਲੈਂਦੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਸ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਸਰੂਪ ਹਨ। ਸਤਿਗੁਰ ਦੀ ਬਾਣੀ ਵੀ ਪਾਵਨ ਹੈ, ਸਤਿਗੁਰ ਦੀ ਬਾਣੀ ਬੈਰਾਗਮਈ ਹੈ। ਇਸ ਲਈ ਜਦੋਂ ਚੌਥਾ ਪਹਿਰ ਛਿੜ ਜਾਂਦਾ ਹੈ, ਜਦੋਂ ਚਿੜੀ ਚਹਿਕਦੀ ਹੈ, ਚਿੜੀ ਚਹਿਕੀ ਪਉ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮਹਿ ਰੰਗ। ਜਦੋਂ ਪਉ ਫੁੱਟ ਜਾਂਦੀ ਹੈ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫੁਰਮਾਨ ਹੋਵਾ, ਵਰਸੋ ਕਿਰਪਾ ਧਾਰ। ਜਦੋਂ ਪਉ ਫੁੱਟਦੀ ਹੈ, ਜਦੋਂ ਚੌਥਾ ਪਹਿਰ ਸ਼ੁਰੂ ਹੋ ਜਾਂਦਾ ਹੈ, ਚੌਥੇ ਪਹਿਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ। ਜਦੋਂ ਰਾਤ ਦੇ 3 ਪਹਿਰ ਸਮਾਪਤ ਹੋਏ, ਚੌਥਾ ਪਹਿਰ ਸ਼ੁਰੂ ਹੋਇਆ, ਜਿਹਨੂੰ ਆਪਾਂ ਅੰਮ੍ਰਿਤ ਵੇਲਾ ਆਖਦੇ ਹਾਂ। ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲਾ ਆਖਦੇ ਹਨ। ਹਿੰਦੂਆਂ ਨੇ, ਸਨਾਤਨ ਮਤ ਵਾਲਿਆਂ ਨੇ ਇਹਨੂੰ ਬ੍ਰਹਮ ਮਹੂਰਤ ਆਖਿਆ। ਇਸਲਾਮ ਇਹਨੂੰ ਅੱਲ੍ਹ ਸੁਬਹ ਆਖਦਾ ਹੈ। ਕੁਝ ਵੀ ਆਖੋ, ਭਾਵੇਂ ਅੱਲ੍ਹ ਸੁਬਹ ਆਖੋ, ਭਾਵੇਂ ਪ੍ਰਭਾਤ ਦਾ ਸਮਾਂ ਆਖੋ, ਭਾਵੇਂ ਅੰਮ੍ਰਿਤ ਵੇਲਾ ਆਖ ਦਿਓ, ਇੱਕੋ ਹੀ ਗੱਲ ਹੈ। ਜਦੋਂ ਪ੍ਰਭਾਤ ਛਿੜਦੀ ਹੈ, ਸ਼੍ਰੀ ਗੁਰੂ ਗ੍ਰੰਥ ਜੀ ਬੋਲਦੇ ਹਨ, ਬਾਣੀ ਪ੍ਰਭ ਕੀ ਸਭ ਕੋ ਬੋਲੇ। ਸ਼੍ਰੀ ਗੁਰੂ ਗ੍ਰੰਥ ਜੀ ਬੋਲਦੇ ਹਨ, ਉੱਚੀ ਹਾਕ ਮਾਰਦੇ ਹਨ। ਉੱਚੀ ਹਾਕ ਮਾਰ ਕੇ ਆਖਦੇ ਹਨ, ਜਾਗ ਲੇਹੋ ਰੇ ਮਨਾ, ਜਾਗ ਲੇਹੋ ਕਹਾਂ ਗਾਫਲ ਸੋਇਆ। ਸਤਿਗੁਰੂ ਸਾਨੂੰ ਰੋਜ਼ ਉਠਾਉਂਦੇ ਹਨ ਕਿ ਉਠੋ, ਤੁਸੀਂ ਸੁੱਤੇ ਪਏ ਹੋ, ਉਠੋ ਤੇ ਉੱਠ ਕੇ ਆਪਣੀ ਸੁਰਤ ਦਾ ਧਿਆਨ ਕਰੋ। ਸਤਿਗੁਰੂ ਰੋਜ਼ ਸਾਨੂੰ ਆਵਾਜ਼ ਮਾਰ ਕੇ ਆਖਦੇ ਹਨ, ਭਾਈ ਤੁਸੀਂ ਸੁਰਤ ਕਰਕੇ ਕਈ ਜਨਮਾਂ ਤੋਂ ਟੁੱਟੇ ਪਏ ਹੋ ਸ਼ਬਦ ਨਾਲੋਂ। ਹੁਣ ਤੁਹਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਇਹ ਤੇਰਾ ਅਵਸਰ, ਇਹ ਤੇਰੀ ਬਰੀਆ। ਤੈਨੂੰ ਹੁਣ ਇੱਕ ਮੌਕਾ, ਚਾਂਸ ਮਿਲਿਆ ਏ। ਉੱਠ ਕੇ ਤੇ ਅੰਮ੍ਰਿਤ ਵੇਲਾ ਸੰਭਾਲ, ਆਪਣੀ ਸੁਰਤ ਨੂੰ ਨਾਮ ਨਾਲ, ਸ਼ਬਦ ਨਾਲ ਜੋੜ ਤੇ ਰੂਹਾਨੀ ਰੰਗ ਦੇ ਵਿੱਚ ਰੰਗਿਆ ਜਾ। ਸਤਿਗੁਰ ਦੀ ਬਾਣੀ ਸਾਨੂੰ ਰੰਗ ਚਾੜ੍ਹਦੀ ਆ, ਰੂਹਾਨੀ ਰੰਗ। ਤੇ ਗੁਰੂ ਰੋਜ਼ ਹਾਕਾਂ ਮਾਰ ਕੇ ਆਖਦਾ ਏ, ਆਓ ਮੈਂ ਤੁਹਾਨੂੰ ਰੂਹਾਨੀ ਰੰਗ ਦੇ ਵਿੱਚ ਰੰਗ ਦੇਵਾਂ। ਗੁਰੂ ਰੋਜ਼ ਪੁਕਾਰਦਾ ਏ। ਗੁਰੂ ਆਖਦਾ ਹੈ, ਆਓ ਮੈਂ ਤੁਹਾਨੂੰ ਪੱਕਾ ਰੰਗ ਚਾੜ੍ਹ ਦੇਵਾਂ ਮਜੀਠ ਵਰਗਾ। ਜੇ ਚਾਟੀ ਦੇ ਵਿੱਚ ਘਿਓ ਭਰਿਆ ਹੈ, ਉਹਦੇ ਵਿੱਚੋਂ ਘਿਓ ਨਿਕਲੇਗਾ। ਜੇ ਮੱਖਣ ਭਰਿਆ ਹੈ, ਮੱਖਣ ਨਿਕਲੇਗਾ।
ਜੇ ਕੁੱਜੇ ਵਿੱਚ ਪਾਣੀ ਭਰਿਆ ਹੈ ਤੇ ਪਾਣੀ ਨਿਕਲੇਗਾ, ਤੇ ਜੇ ਕੁੱਜੇ ਦੇ ਵਿੱਚ ਕਾਲਖ ਪਾਈ ਹੈ ਉਹਦੇ ਵਿੱਚੋਂ ਕਾਲਖ ਹੀ ਨਿਕਲੇਗੀ। ਪਰ ਇਹ ਜਿਹੜਾ ਭਾਂਡਾ ਸਾਨੂੰ ਦਿੱਤਾ ਹੈ ਗੁਰੂ ਨਾਨਕ ਨੇ, ਇਸ ਭਾਂਡੇ ਦੇ ਅੰਦਰੋਂ ਰੂਹਾਨੀ ਪਦਾਰਥ ਨਿਕਲਦੇ ਹਨ। ਰੂਹਾਨੀ ਪਦਾਰਥ ਕਿਹੜੇ ਕਿਹੜੇ? ਮੱਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਉਹ ਰੂਹਾਨੀ ਪਦਾਰਥ ਜਿਹੜੇ ਗੁਰੂ ਗ੍ਰੰਥ ਵਿੱਚੋਂ ਨਿਕਲਦੇ ਹਨ, ਸਾਨੂੰ ਉਹ ਰੂਹਾਨੀ ਪਦਾਰਥ ਤਾਂ ਮਿਲਣਗੇ ਜੇ ਇੱਕ ਗੁਰ ਕੀ ਸਿੱਖ ਸੁਣੀ। ਗੱਲ ਕੀਤੀ ਹੈ ਸੁਣਨਾ ਏ। ਜੇ ਸਿੱਖ ਗੁਰੂ ਦੀ ਗੱਲ ਸੁਣ ਲਵੇ, ਜੇ ਇੱਕ ਬਚਨ ਵੀ ਸੁਣ ਲਵੇ, ਇੱਥੇ ਤੁਹਾਨੂੰ ਇਹ ਨਹੀਂ ਆਖਿਆ ਕਿ ਆਓ ਤੇ ਮੱਥਾ ਟੇਕ ਕੇ ਘਰ ਨੂੰ ਜਾਓ, ਇਹ ਨਹੀਂ ਆਖਿਆ। ਆਖਿਆ ਏ ਜੇ ਆਉਣਾ ਏ ਤੇ ਗੁਰੂ ਦਾ ਬਚਨ ਸੁਣ, ਤੇ ਸੁਣ ਕੇ ਇਹ ਨਹੀਂ ਕਿ ਉੱਥੇ ਹੀ ਛੱਡ ਦੇਣਾ ਹੈ ਗੁਰਦੁਆਰੇ, ਬੂਹੇ ਤੇ ਟੰਗ ਕੇ ਚਲੇ ਜਾਣਾ ਹੈ ਤੇ ਫਿਰ ਖਾਲੀ ਹੋ ਕੇ ਘਰੇ। ਆਪਾਂ ਰੋਜ਼ ਘਰੋਂ ਆਉਂਦੇ ਹਾਂ ਕੁਝ ਲੈਣ ਵਾਸਤੇ, ਝੋਲੀ ਖਾਲੀ ਕਰਕੇ ਆਉਣਾ ਹੈ, ਇੱਕਦਮ ਖਾਲੀ ਹੋ ਕੇ ਝੋਲੀ ਖਾਲੀ ਕਰਕੇ ਤੇ ਭਿਖਾਰੀ ਬਣ ਕੇ ਰੋਜ਼ ਗੁਰੂ ਕੋਲ ਆਉਣਾ ਹੈ ਤੇ ਗੁਰੂ ਨੂੰ ਕਹਿਣਾ ਹੈ ਇਹਦੇ ਵਿੱਚ ਆਪਣਾ ਬਚਨ ਪਾ, ਇਹਦੇ ਵਿੱਚ ਆਪਣੀ ਦਾਤ ਪਾ, ਰੂਹਾਨੀ ਦਾਤਾਂ ਇਹਦੇ ਵਿੱਚ ਪਾ। ਕਿਹੜੀ ਦਾਤ? ਮੱਤ ਵਿੱਚ ਰਤਨ ਜਵਾਹਰ ਮਾਣਕ। ਜੇ ਇੱਕ ਗੁਰ ਕੀ ਸਿੱਖ ਸੁਣੀ। ਰਤਨ ਕੀ ਹੈ? ਗੁਰੂ ਦਾ ਉਪਦੇਸ਼। ਮੱਤ ਵਿੱਚ ਰਤਨ ਜਵਾਹਰ। ਜਵਾਹਰ ਕੀ ਹੈ? ਸ਼ਬਦ, ਜਿਹੜਾ ਨਾਮ ਸਾਨੂੰ ਗੁਰੂ ਨੇ ਦੇਣਾ ਹੈ। ਤੇ ਮਾਣਕ ਕੀ ਹੈ? ਸਾਡੀ ਸੁਰਤ। ਇਹ ਚੀਜ਼ਾਂ ਗੁਰੂ ਨੇ ਤੁਹਾਨੂੰ ਦੇਣੀਆਂ ਹੈ। ਗੁਰੂ ਨੇ ਤੁਹਾਨੂੰ ਉਪਦੇਸ਼ ਦੇਣਾ ਹੈ। ਉਪਦੇਸ਼ ਦੇ ਵਿੱਚੋਂ ਤੁਹਾਨੂੰ ਨਾਮ ਕੱਢ ਕੇ ਦੇਣਾ ਹੈ ਕਿ ਲੈ ਇਸ ਨਾਮ ਨਾਲ ਜੁੜ। ਫਿਰ ਆਪਾਂ ਉਸ ਨਾਮ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਹੈ। ਜਦੋਂ ਨਾਮ, ਸ਼ਬਦ ਤੇ ਸੁਰਤ ਇੱਕਮਿਕ ਹੋ ਜਾਵੇਗੀ, ਫਿਰ ਇਹਦੇ ਵਿੱਚੋਂ ਰਤਨ, ਪਦਾਰਥ, ਮਾਣਕ, ਰੂਹਾਨੀ ਦਾਤਾਂ, ਰੂਹਾਨੀ ਪਦਾਰਥ ਨਿਕਲਣਗੇ। ਜਿਹਨੂੰ ਅਸੀਂ ਅਜੇ ਤੱਕ ਅਨੁਭਵ ਨਹੀਂ ਕੀਤਾ, ਜਿਸ ਆਨੰਦ ਨੂੰ ਅਸੀਂ ਲੱਭਦੇ ਹਾਂ, ਜਿਸ ਆਨੰਦ ਨੂੰ, ਜਿਸ ਸੁੱਖ ਨੂੰ, ਜਿਹੜੀ ਖੁਸ਼ੀ ਅਸੀਂ ਪਾਉਣਾ ਚਾਹੁੰਦੇ ਹਾਂ, ਫਿਰ ਗੁਰੂ ਤੁਹਾਨੂੰ ਉਹ ਖੁਸ਼ੀ ਦੇ ਦੇਵੇਗਾ। ਗੁਰੂ ਸਾਹਿਬ ਜੀ ਨੇ ਆਖਿਆ ਹੈ, ਹਰ ਹਰ ਚਰਨ ਹਿਰਦੈ ਔਰ ਧਾਰੇ। ਇਸ ਪੰਕਤੀ ਦੇ ਵਿੱਚ ਬਹੁਤ ਕੁਝ ਛੁਪਿਆ ਹੈ। ਇਸ ਪੰਕਤੀ ਦੇ ਵਿੱਚ ਜੇ ਲੈਣਾ ਚਾਹੀਏ ਨਾ, ਤੇ ਆਪਾਂ ਇਸ ਪੰਕਤੀ ਦੇ ਵਿੱਚੋਂ ਸਾਰਾ ਕੁਝ ਲੈ ਸਕਦੇ ਹਾਂ। ਇਸ ਪੰਕਤੀ ਦੇ ਵਿੱਚ ਗੁਰੂ ਨੇ ਉਹ ਦਾਤ ਰੱਖੀ ਹੈ, ਉਸ ਦਾਤ ਦਾ ਨਾਮ ਹੈ ਕਿ ਸੁਰਤ ਕਰਕੇ, ਧਿਆਨ ਕਰਕੇ, ਨਾਮ ਨਾਲ ਤੇ ਪਰਮਾਤਮਾ ਨਾਲ, ਮਾਲਕ ਨਾਲ, ਪਰਮੇਸ਼ਰ ਨਾਲ, ਸ਼੍ਰੀ ਹਰੀ, ਸ਼੍ਰੀ ਨਾਰਾਇਣ ਦੇ ਨਾਲ ਜੁੜ ਜਾਣਾ। ਪਰ ਆਮ ਜਗਿਆਸੂਆਂ ਦੀ ਇੱਕ ਸ਼ਿਕਾਇਤ ਰਹਿੰਦੀ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਨਾਮ ਜਪਦੇ ਹਾਂ, ਪਰ ਸਾਡੀ ਸੁਰਤ, ਸਾਡਾ ਧਿਆਨ ਤੇ ਨਾਮ ਦੇ ਵਿੱਚ ਲੱਗਦਾ ਹੀ ਨਹੀਂ। ਸਾਡਾ ਧਿਆਨ ਨਾਮ ਦੇ ਵਿੱਚ ਨਹੀਂ ਟਿਕਦਾ। ਇਸ ਲਈ ਮਹਾਂਪੁਰਖਾਂ ਨੇ ਨਾ ਧਿਆਨ ਨੂੰ ਟਿਕਾਉਣ ਵਾਸਤੇ ਕੁਝ ਸੂਤਰ ਸਾਨੂੰ ਦੱਸੇ ਹਨ ਕਿ ਜੇ ਤੁਸੀਂ ਇਹ ਸੂਤਰ ਅਪਣਾ ਲਓ, ਇਹ ਤਰੀਕਾ ਮੰਨ ਲਓ, ਇਹ ਢੰਗ ਮੰਨ ਲਓ, ਤੇ ਤੁਹਾਡਾ ਧਿਆਨ ਨਾਮ ਦੇ ਵਿੱਚ ਵੀ ਟਿਕੇਗਾ ਤੇ ਬਾਣੀ ਦੇ ਵਿੱਚ ਵੀ ਟਿਕ ਜਾਵੇਗਾ। ਉਹ ਸੂਤਰ ਕਿਹੜੇ ਕਿਹੜੇ ਹਨ? ਉਦਾਹਰਨ ਦੇ ਤੌਰ ਤੇ ਇਸ ਤਰ੍ਹਾਂ ਸਮਝੋ, ਵੇਖੋ, ਇੱਕ ਕਿਸਾਨ ਹੈ ਤੇ ਉਹਨੇ ਆਪਣੇ ਖੇਤ ਦੇ ਵਿੱਚ ਫਸਲ ਬੀਜਣੀ ਹੈ। ਫਸਲ ਤਾਂ ਬੀਜਣੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨੂੰ ਫਲ ਮਿਲੇ। ਫਲ ਮਿਲੇਗਾ, ਉਹਨੂੰ ਵੇਚੇਗਾ
ਤੇ ਪੈਸੇ ਆਉਣਗੇ, ਪਰਿਵਾਰ ਦਾ ਗੁਜ਼ਾਰਾ ਚੱਲੇਗਾ, ਉਹਨੂੰ ਆਪ ਵੀ ਖਾਵੇਗਾ, ਦੂਜੇ ਵੀ ਖਾਣਗੇ। ਇਸ ਕਰਕੇ ਫਲ ਲੈਣਾ ਹੈ। ਤੇ ਕਿਸਾਨ ਕੀ ਕਰਦਾ ਹੈ? ਹੁਣ ਇਹ ਥੋੜ੍ਹਾ ਹੈ ਕਿ ਹੁਣ ਫਲ ਲੈਣਾ ਹੈ ਤੇ ਸਿੱਧਾ ਖੇਤ ਦੇ ਵਿੱਚ ਬੀਜ ਪਾ ਦੇਣਾ ਹੈ। ਨਹੀਂ, ਜਿਸ ਖੇਤ ਦੇ ਵਿੱਚ ਬੀਜ ਪਾਉਣਾ ਹੈ ਨਾ, ਉਸ ਮਿੱਟੀ ਦੇ ਵਿੱਚ ਤਾਕਤ ਹੋਣੀ ਚਾਹੀਦੀ ਹੈ। ਜਿਸ ਮਿੱਟੀ ਵਿੱਚੋਂ ਆਪਾਂ ਫਲ ਕੱਢਣਾ, ਉਸ ਮਿੱਟੀ ਵਿੱਚ ਤਾਕਤ ਹੋਣੀ ਚਾਹੀਦੀ ਹੈ। ਜੇ ਮਿੱਟੀ ਵਿੱਚ ਤਾਕਤ ਹੋਵੇਗੀ ਤਾਂ ਉਹ ਬੂਟਾ ਫਲੀ ਭੂਤ ਹੋਵੇਗਾ, ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਫਲ ਪ੍ਰਾਪਤ ਹੋਵੇਗਾ। ਜੇ ਆਪਾਂ ਕੋਈ ਫਲ ਦਾ ਬੂਟਾ ਵੀ ਲਾਉਣਾ ਹੈ ਤੇ ਮਿੱਟੀ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੋਣੀ ਚਾਹੀਦੀ ਹੈ, ਉਹਦੇ ਵਿੱਚ ਤੱਤ ਹੋਣੇ ਚਾਹੀਦੇ ਹਨ। ਉਹਦੇ ਵਿੱਚ ਜੇ ਮਿੱਟੀ ਵਿੱਚ ਤੱਤ ਹੋਣਗੇ, ਉਹਦੇ ਅੰਦਰ ਤਾਕਤ ਹੋਵੇਗੀ, ਤਾਂ ਉਹ ਮਿੱਟੀ ਸਾਨੂੰ ਫਲ ਦੇ ਸਕਦੀ ਹੈ, ਸਾਨੂੰ ਸੋਹਣਾ ਰੁੱਖ ਦੇ ਸਕਦੀ ਹੈ, ਤੇ ਉਹਦੇ ਵਿੱਚੋਂ ਛਾਂ ਵੀ ਨਿਕਲੇਗੀ ਤੇ ਫਲ ਵੀ ਪ੍ਰਾਪਤ ਸਾਨੂੰ ਹੋਣਗੇ। ਉਹਨੂੰ ਅਸੀਂ ਆਪ ਵੀ ਖਾਵਾਂਗੇ, ਭੋਗਾਂਗੇ, ਵੇਚਾਂਗੇ ਬਾਜ਼ਾਰ ਵਿੱਚ, ਮਾਰਕੀਟ ਵਿੱਚ, ਮੰਡੀ ਵਿੱਚ, ਤੇ ਸਾਨੂੰ ਚੰਗੀ ਆਮਦਨ ਹੋਵੇਗੀ। ਇਹ ਇੱਕ ਉਦਾਹਰਨ ਦਿੱਤੀ ਹੈ। ਤੇ ਮਿੱਟੀ ਨੂੰ ਤਾਕਤਵਰ ਬਣਾਉਣ ਵਾਸਤੇ ਕਿਸਾਨ ਕੀ ਕਰਦਾ ਹੈ? ਉਹ ਪਹਿਲਾਂ ਹਲ ਜੋ ਕੇ ਖੇਤ ਦੇ ਵਿੱਚ ਤੇ ਪਹਿਲਾਂ ਵਾਹੀ ਕਰਦਾ ਹੈ। ਸਾਰੀ ਮਿੱਟੀ ਨੂੰ ਉਹ ਵਾਹੁੰਦਾ ਹੈ, ਉਹਦੇ ਵਿੱਚ ਹਲ ਫੇਰਦਾ ਹੈ, ਤੇ ਉਹਦੇ ਵਿੱਚ ਜੇ ਕਿਤੇ ਕੋਈ ਕੰਕਰ ਹੈ, ਕੋਈ ਪੱਥਰ ਹੈ, ਉਹਨੂੰ ਕੱਢ ਕੇ ਬਾਹਰ ਸੁੱਟਦਾ ਹੈ। ਕੰਕਰਾਂ ਨੂੰ, ਜੇ ਕੋਈ ਪੱਥਰ ਆ ਗਿਆ, ਉਹਨੂੰ ਤੋੜਨਾ ਹੈ, ਫਿਰ ਉਹਨੂੰ ਬਾਹਰ ਸੁੱਟਣਾ ਹੈ। ਫਿਰ ਉਹਦੇ ਵਿੱਚ ਪਾਣੀ ਪਾ ਕੇ ਤੇ ਕੁਝ ਸਮੇਂ ਵਾਸਤੇ ਉਸ ਖੇਤ ਨੂੰ ਛੱਡ ਦੇਣਾ ਹੈ। ਜਦੋਂ ਪਾਣੀ ਪਾ ਕੇ ਆਪਾਂ ਖੇਤ ਨੂੰ ਕੁਝ ਦਿਨਾਂ ਵਾਸਤੇ ਛੱਡ ਦੇਵਾਂਗੇ ਤੇ ਉਸ ਮਿੱਟੀ ਦੇ ਵਿੱਚ ਤੱਤ ਪੈਦਾ ਹੋ ਜਾਂਦੇ ਹਨ। ਉਸ ਮਿੱਟੀ ਦੇ ਵਿੱਚ ਤੇ ਵੈਸੇ ਤੇ ਮਹਾਂਪੁਰਖਾਂ ਨੇ ਆਖਿਆ ਕਿ ਜੇ ਆਪਾਂ ਖੇਤਾਂ ਦੇ ਵਿੱਚ ਕੋਈ ਦਾਲ ਬੀਜ ਲਈਏ ਨਾ, ਤੇ ਦਾਲਾਂ ਦੇ ਵਿੱਚੋਂ ਨਾਈਟ੍ਰੋਜਨ ਦੀ ਮਾਤਰਾ ਨਿਕਲਦੀ ਹੈ। ਜਦੋਂ ਦਾਲ ਆਪਾਂ ਬੀਜ ਦੇਵਾਂਗੇ ਤੇ ਦਾਲ ਦੀ ਫਸਲ ਨੇ ਮਿੱਟੀ ਨੂੰ ਨਾਈਟ੍ਰੋਜਨ ਦਾ ਤੱਤ ਦੇਣਾ ਹੈ, ਜੋ ਸਾਡੀ ਫਸਲ ਵਾਸਤੇ, ਮਿੱਟੀ ਵਾਸਤੇ ਬੜਾ ਜ਼ਰੂਰੀ ਹੈ। ਫਿਰ ਸਾਨੂੰ ਯੂਰੀਆ ਖਾਦ ਨਹੀਂ ਪਾਉਣੀ ਪਵੇਗੀ, ਫਿਰ ਸਾਨੂੰ ਖਾਦਾਂ ਨਹੀਂ ਪਾਉਣੀਆਂ ਪੈਣਗੀਆਂ। ਇਹਦੇ ਸੰਬੰਧ ਵਿੱਚ ਕਿਸਾਨ ਵੱਧ ਜਾਣਦੇ ਹਨ। ਮੈਂ ਇਹਦੇ ਵੱਲੋਂ, ਇਸ ਪੱਖ ਵੱਲੋਂ ਬਹੁਤ ਘੱਟ ਹਾਂ, ਅਣਜਾਣ ਹਾਂ। ਖੇਤੀ ਬਾਰੇ ਮੈਨੂੰ ਬਹੁਤਾ ਕੋਈ ਗਿਆਨ ਨਹੀਂ, ਕਿਸਾਨ ਜ਼ਿਆਦਾ ਜਾਣਦੇ ਹਨ। ਇਹ ਤੇ ਸਿਰਫ ਉਦਾਹਰਨ ਦੇ ਕੇ ਸਮਝਾਇਆ, ਜੀਵ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਜੇ ਮਿੱਟੀ ਵਿੱਚ ਤੱਤ ਹੋਵੇਗਾ ਨਾ, ਮਿੱਟੀ ਤਾਕਤਵਰ ਹੋਵੇਗੀ, ਤਾਂ ਸਾਡੀ ਫਸਲ ਚੰਗੀ ਹੋ ਸਕਦੀ ਹੈ। ਇਸੇ ਤਰ੍ਹਾਂ ਜਿਹੜਾ ਅਸੀਂ ਆਖਦੇ ਹਾਂ ਨਾ ਕਿ ਸਾਡਾ ਧਿਆਨ ਨਹੀਂ ਲੱਗਦਾ, ਸਾਡੀ ਸੁਰਤ ਨਾਮ ਦੇ ਵਿੱਚ ਟਿਕਦੀ ਨਹੀਂ, ਤੇ ਮਹਾਂਪੁਰਖਾਂ ਨੇ ਆਖਿਆ ਕਿ ਨਾਮ ਜਪਣ ਵਾਸਤੇ ਸਾਨੂੰ ਸਰੀਰ ਦੀ ਲੋੜ ਪੈਂਦੀ ਹੈ ਨਾ। ਜ਼ਬਾਨ ਦੇ ਨਾਲ ਆਪਾਂ ਨਾਮ ਜਪਦੇ ਹਾਂ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਰੀਰ ਦੀ ਲੋੜ ਪੈਂਦੀ ਹੈ। ਸਰੀਰ ਦੀ, ਇਹ ਜਿਹੜਾ ਸਰੀਰ ਹੈ, ਇਹ ਵੀ ਇੱਕ ਖੇਤ ਹੀ ਹੈ। ਇਸ ਖੇਤ ਦੇ ਵਿੱਚ ਆਪਾਂ ਬੀਜ ਪਾਉਣਾ ਹੈ ਨਾਮ ਦਾ। ਜੇ ਆਪਾਂ ਇਸ ਖੇਤ ਵਿੱਚ ਨਾਮ ਦਾ ਬੀਜ ਪਾਉਣਾ ਹੈ ਤੇ ਇਹ ਜਿਹੜਾ ਖੇਤ ਹੈ, ਇਹਦੇ ਵਿੱਚ ਜਿੰਨੀਆਂ ਕਮੀਆਂ ਹਨ, ਪੱਥਰ ਹਨ, ਕੰਕਰ ਹਨ, ਉਹ ਪਹਿਲਾਂ ਸਾਨੂੰ ਬਾਹਰ ਕੱਢਣੇ ਪੈਣਗੇ। ਸਾਨੂੰ ਇਸ ਖੇਤ ਦੀ, ਇਸ ਪੈਲੀ ਦੀ ਪਹਿਲਾਂ ਸਫਾਈ ਕਰਨੀ ਪਵੇਗੀ। ਇਹਦੇ ਵਿੱਚ ਪਾਣੀ ਪਾਉਣਾ ਪਵੇਗਾ, ਇਹਦੇ ਵਿੱਚ ਤੱਤ ਪਾਉਣੇ ਪੈਣਗੇ, ਤਾਂ ਇਹਦੇ ਵਿੱਚ ਨਾਮ ਦਾ ਬੀਜ ਜਿਹੜਾ ਪਾਇਆ ਹੈ ਉਹ ਤਾਂ ਫਲੀ ਭੂਤ ਹੋਵੇਗਾ। ਇਸ ਲਈ ਪਹਿਲਾਂ ਸਰੀਰ ਜਿਹੜਾ ਹੈ ਉਹਨੂੰ ਸਾਫ਼ ਕਰਨਾ ਪਵੇਗਾ। ਸੋਚ ਹੋਵੇ ਤਾਂ ਸੱਚ ਪਾਈਏ। ਪਹਿਲਾਂ ਸਰੀਰ ਨੂੰ ਸੁੱਚਾ ਰੱਖੋ, ਇਹਦੀ ਸੁਚਮਤਾ।
ਸਰੀਰ ਦੀ ਸੁਚਮਤਾ, ਮਨ ਦੀ ਸੁਚਮਤਾ ਕਿਸ ਤਰ੍ਹਾਂ ਹੋ ਸਕਦੀ ਹੈ? ਸਾਡੇ ਅੰਦਰ ਜਿਹੜਾ ਸੁਭਾਅ ਨਾ ਕਿ ਨਿੰਦਿਆ ਦਾ, ਚੁਗਲੀ ਦਾ, ਜਾਂ ਵੈਰ ਵਿਰੋਧ ਦਾ, ਜਾਂ ਈਰਖਾ ਦਾ, ਇਹ ਸਾਰਾ ਕੁਝ ਨਾ ਸਾਡੇ ਸਰੀਰ ਦੇ ਵਿੱਚ, ਸਾਡੇ ਮਨ ਵਿੱਚ, ਅੰਤਸ਼ਕਰਨ ਦੇ ਵਿੱਚ ਇਹ ਗੰਦਗੀ ਜੰਮੀ ਪਈ ਹੈ। ਤੇ ਸਾਨੂੰ ਇੱਧਰੋਂ ਪਹਿਲਾਂ ਮੁਕਤ ਹੋਣਾ ਪਵੇਗਾ। ਇਹ ਸਫਾਈ ਸਾਨੂੰ ਕਰਨੀ ਪਵੇਗੀ। ਹੁਣ ਜੇ ਸਾਡੇ ਮਨ ਵਿੱਚ ਇਹ ਖਿਆਲ ਹੈ ਕਿ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਬਾਹਰੋਂ ਕਿਸੇ ਨਾਲ ਝਗੜਾ ਹੋ ਗਿਆ, ਉਹਨੂੰ ਮਾਰਨਾ ਹੈ ਜਾਂ ਉਹਦੇ ਤੋਂ ਮੈਂ ਕੋਈ ਬਦਲਾ ਲੈਣਾ ਹੈ, ਜਿਹੜਾ ਮਨੁੱਖ ਬਦਲੇ ਦੀ ਭਾਵਨਾ ਨਾਲ ਤੁਰਿਆ ਫਿਰਦਾ ਹੈ, ਕਿਸੇ ਨੂੰ ਮਾਰਨ ਦੀਆਂ ਸਕੀਮਾਂ ਲਾਉਂਦਾ ਫਿਰਦਾ ਹੈ ਰੋਜ਼, ਉਹ ਕਦੇ ਵੀ ਨਾਮ ਨਹੀਂ ਜਪ ਸਕਦਾ ਤੇ ਨਾ ਉਹ ਕਦੇ ਬਾਣੀ ਪੜ੍ਹ ਸਕਦਾ। ਜੇ ਉਹ ਗੁਰਬਾਣੀ ਦੀ ਪੋਥੀ ਹੱਥ ਵਿੱਚ ਫੜ ਵੀ ਲਵੇਗਾ, ਜੇ ਉਹ ਮਾਲਾ ਲੈ ਕੇ ਬੈਠ ਵੀ ਜਾਵੇਗਾ ਨਾ, ਤੇ ਉਹਦਾ ਜਿਹੜਾ ਧਿਆਨ ਹੈ ਉਹ ਨਾਮ ਦੇ ਵਿੱਚ ਤੇ ਬਾਣੀ ਵਿੱਚ ਲੱਗਣਾ ਹੀ ਨਹੀਂ। ਉਹਦੇ ਮਨ ਵਿੱਚ, ਉਹਦੇ ਧਿਆਨ ਵਿੱਚ ਇੱਕੋ ਗੱਲ ਆਈ ਜਾਣੀ ਹੈ, ਮੈਂ ਉਹਨੂੰ ਮਾਰਨਾ ਹੈ। ਕਿਹੜੇ ਢੰਗ ਨਾਲ ਮਾਰਨਾ ਹੈ? ਆਹ ਸਕੀਮ ਲਾਉਣੀ ਪਵੇਗੀ, ਇੱਥੇ ਮਾਰਾਂਗੇ, ਇਸ ਢੰਗ ਨਾਲ ਮੈਂ ਉਸ ਤੋਂ ਬਦਲਾ ਲੈਣਾ ਹੈ, ਈਰਖਾ ਕਰਨੀ ਹੈ, ਇਸ ਢੰਗ ਨਾਲ ਉਹਨੂੰ ਨੀਵਾਂ ਵਿਖਾਉਣਾ ਹੈ। ਉਹਦੇ ਮਨ ਵਿੱਚ ਇਹ ਖਿਆਲ ਆਈ ਜਾਣਗੇ। ਇਸ ਕਰਕੇ ਧਿਆਨ ਜਿਹੜਾ ਹੈ ਉਹ ਨਾਮ ਦੇ ਵਿੱਚ, ਬਾਣੀ ਵਿੱਚ ਨਹੀਂ ਲੱਗੇਗਾ। ਇਸ ਲਈ ਧੰਨ ਗੁਰੂ ਪਿਤਾ ਨੇ ਨਾ ਗੁਰਬਾਣੀ ਦੇ ਵਿੱਚ ਆਖਿਆ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਪਹਿਲਾਂ ਸਾਰਿਆਂ ਦੇ ਨਾਲ ਤੈਨੂੰ ਪ੍ਰੇਮ ਵਾਲਾ ਸੰਬੰਧ ਬਣਾਉਣਾ ਪਵੇਗਾ। ਜਿੰਨੇ ਸਮੇਂ ਤੱਕ ਅਸੀਂ ਸਮਾਜ ਨਾਲ, ਸੰਸਾਰ ਨਾਲ ਪ੍ਰੇਮ ਵਾਲਾ ਸੰਬੰਧ ਨਹੀਂ ਬਣਾ ਲੈਂਦੇ, ਇਹ ਰਿਸ਼ਤਾ ਸਾਡਾ ਕਾਇਮ ਨਹੀਂ ਹੁੰਦਾ, ਓਨੇ ਸਮੇਂ ਤੱਕ ਸਾਡੀ ਸੁਰਤ ਜਿਹੜੀ ਹੈ ਉਹ ਪਰਮਾਤਮਾ ਤੱਕ, ਗੁਰੂ ਤੱਕ, ਸ਼ਬਦ ਤੱਕ, ਨਾਮ ਤੱਕ ਨਹੀਂ ਜਾ ਸਕਦੀ। ਹੋ ਸਭਨਾ ਕੀ ਰੇਣੁਕਾ। ਰੇਣੁਕਾ ਆਖਦੇ ਹਨ ਕਿ ਪੈਰਾਂ ਦੀ ਮਿੱਟੀ ਬਣ ਜਾਣਾ। ਪੈਰਾਂ ਦੀ ਮਿੱਟੀ, ਪੈਰਾਂ ਦੀ ਮਿੱਟੀ ਦਾ ਇਹ ਭਾਵ ਹੈ ਕਿ ਸਾਰਿਆਂ ਦੇ ਨਾਲ ਪ੍ਰੇਮ ਵਾਲਾ ਰਿਸ਼ਤਾ ਬਣਾ ਲੈਣਾ, ਸਾਰਿਆਂ ਨਾਲ, ਸਾਰਿਆਂ ਦੇ ਅੰਦਰ ਇੱਕ ਜੋਤ ਨੂੰ ਵੇਖਣਾ, ਜਿਸ ਪਰਮ ਜੋਤ ਤੱਕ ਅਸੀਂ ਜਾਣਾ ਚਾਹੁੰਦੇ ਹਾਂ। ਪਹਿਲਾਂ ਉਸ ਜੋਤ ਨੂੰ ਸਰਬ ਵਿਆਪੀ ਮੰਨਣਾ ਕਿ ਇਹ ਜੋਤ ਸਰਬ ਵਿਆਪੀ ਹੈ, ਸਾਰਿਆਂ ਦੇ ਵਿੱਚ ਹੈ। ਫਿਰ ਜਿਹਨੂੰ ਮੈਂ ਪਾਉਣਾ ਚਾਹੁੰਦਾ ਹਾਂ, ਜਿਹਦੇ ਤੱਕ ਮੈਂ ਜਾਣਾ ਚਾਹੁੰਦਾ ਹਾਂ, ਉਹ ਤੇ ਸਾਰਿਆਂ ਵਿੱਚ ਬੈਠਾ ਹੈ। ਜਿਹਦੇ ਨਾਲ ਮੈਂ ਈਰਖਾ ਕਰੀ ਜਾਣਾ, ਜਿਹਨੂੰ ਮੈਂ ਮਾਰਨ ਦੀਆਂ ਸਕੀਮਾਂ ਘੜਦਾ ਫਿਰਦਾ, ਉਹ ਤੇ ਉਹਦੇ ਵਿੱਚ ਵੀ ਬੈਠਾ। ਉਹਨੂੰ ਵੀ ਉਹਨੇ ਬਣਾਇਆ ਪਰਮੇਸ਼ਰ ਨੇ। ਜਿਹਨੂੰ ਮੈਂ ਮਾਰਨਾ ਚਾਹੁੰਦਾ, ਜਿਹਦੀ ਮੈਂ ਖੁਸ਼ੀ ਲੈਣਾ ਚਾਹੁੰਦਾ, ਉਹ ਉਹਦੇ ਵਿੱਚ ਵੀ ਬੈਠਾ, ਦੁਸ਼ਮਣ ਦੇ ਵਿੱਚ, ਉਹ ਸਾਰਿਆਂ ਦੇ ਵਿੱਚ ਬੈਠਾ ਹੈ। ਜਦੋਂ ਅਸੀਂ ਫਿਰ ਪਰਮਾਤਮਾ ਦੀ ਜੋਤ ਨੂੰ ਸਰਬ ਵਿਆਪੀ ਮੰਨਾਂਗੇ, ਸਰਬ ਵਿਆਪੀ, ਤੇ ਫਿਰ ਈਰਖਾ, ਵੈਰ, ਵਿਰੋਧ ਦੀ ਭਾਵਨਾ ਇੱਕ ਪਾਸੇ, ਤੇ ਖੇਤ ਦੇ ਵਿੱਚ ਜਿਹੜੇ ਕੰਕਰ ਪਏ ਹਨ, ਜਿਹੜੀ ਗੰਦਗੀ ਪਈ ਹੈ, ਉਹ ਗੰਦਗੀ ਇੱਕ ਪਾਸੇ ਹੋ ਜਾਵੇਗੀ। ਨਿੰਦਿਆ ਕਰਦਾ ਸੁਭਾਅ ਹੈ, ਇਹ ਵੀ ਖੇਤ ਦੇ ਵਿੱਚ ਗੰਦਗੀ ਜੰਮੀ ਹੈ। ਜਿਹਦੀ ਮੈਂ ਨਿੰਦਿਆ ਕਰਦਾ, ਉਹਦੇ ਵਿੱਚ ਵੀ ਤੇ ਪਾਰ ਬ੍ਰਹਮ ਪਰਮੇਸ਼ਰ ਬੈਠਾ, ਵਾਹਿਗੁਰੂ ਉਹਦੇ ਵਿੱਚ ਵੀ ਬੈਠਾ ਹੈ। ਫਿਰ ਨਿੰਦਿਆ ਕਰਨੀ, ਪਰਮੇਸ਼ਰ ਦੀ ਨਿੰਦਿਆ ਕਰ ਦੇਣੀ, ਇੱਕ ਬਰਾਬਰ ਹੀ ਹੈ, ਇੱਕ ਬਰਾਬਰ। ਤਾਂ ਤੇ ਗੁਰੂ ਬਾਣੀ ਜੀ ਨੇ ਆਖਿਆ, ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੋਹ ਕਾਲੇ ਤਿੰਨਾ ਨਿੰਦਕਾ, ਨਰਕੇ ਘੋਰ ਭਵਨ। ਇਹ ਖੇਤ ਦੀ ਸਫਾਈ ਕਰਨੀ ਹੈ। ਪਹਿਲਾਂ ਖੇਤ ਦੀ ਸਫਾਈ ਹੋਵੇਗੀ ਤਾਂ ਇਹਦੇ ਵਿੱਚ ਜਿਹੜਾ ਬੀਜ ਪਾਇਆ ਉਹ ਤਾਂ ਫਲੀ ਭੂਤ ਹੋ ਸਕਦਾ ਹੈ, ਫਲੀ ਭੂਤ। ਇਸ ਕਰਕੇ ਪਹਿਲਾਂ ਖੇਤ ਦੀ ਸਫਾਈ,
ਪਹਿਲਾਂ ਆਪਣਾ ਮਨ ਜਿਹੜਾ ਹੈ ਇਹਨੂੰ ਸੁੱਚਾ ਰੱਖਣਾ। ਸੋਚ ਹੋਵੇ ਤਾਂ ਸੱਚ ਪਾਈਐ, ਸੱਚ ਤੱਕ ਸੁਰਤ ਤਾਂ ਅੱਪੜ ਸਕਦੀ ਹੈ। ਫਿਰ ਦੂਜਾ ਮਹਾਂਪੁਰਖਾਂ ਨੇ ਇਹ ਆਖਿਆ ਏ, ਸੰਤ ਜਨਾਂ ਨੇ, ਬਾਣੀ ਗੁਰੂ ਦਾ ਵੀ ਇਹ ਉਪਦੇਸ਼ ਹੈ। ਸਤਿਗੁਰੂ ਆਖਦੇ ਹਨ, ਵੇਖੋ ਆਪਾਂ ਸਰੀਰ ਕਰਕੇ ਨਾ ਉਸ ਮਾਲਕ ਦਾ ਭਜਨ ਕਰਨਾ ਹੈ, ਉਹਦੇ ਨਾਮ ਦੇ ਵਿੱਚ ਬੈਠਣਾ ਹੈ। ਸਰੀਰ ਦੀ ਆਪਾਂ ਨੂੰ ਲੋੜ ਹੈ, ਸਰੀਰ ਦੀ ਸਹਾਇਤਾ ਲੈ ਕੇ ਆਪਾਂ ਉਸ ਮਾਲਕ ਤੱਕ ਜਾ ਸਕਦੇ ਹਾਂ। ਹੈ ਵੈਸੇ ਸੁਰਤ ਦੀ ਖੇਡ ਹੈ, ਸਾਰੀ ਖੇਡ ਆਤਮਾ ਦੀ ਹੈ, ਜਾਣਾ ਆਤਮਾ ਨਹੀਂ। ਮਾਲਕ ਦੇ ਘਰ ਸਿਰਫ ਆਤਮਾ ਜਾਵੇਗੀ, ਸਾਡੀ ਆਤਮਾ ਜੋਤ ਹੀ ਜਾ ਸਕਦੀ ਹੈ, ਸਰੀਰ ਨਹੀਂ ਜਾਵੇਗਾ। ਹਾਂ, ਪਰ ਸਰੀਰ ਇੱਕ ਟਿਕਾਣਾ ਹੈ ਜਿਹਦੇ ਵਿੱਚ ਆਤਮਾ ਰਹਿੰਦੀ ਹੈ। ਇਸ ਲਈ ਸਾਨੂੰ ਇਸ ਟਿਕਾਣੇ ਨੂੰ, ਜਿਸ ਟਿਕਾਣੇ ਦੇ ਵਿੱਚ ਆਤਮਾ ਰਹਿੰਦੀ ਹੈ, ਸਾਨੂੰ ਉਸ ਟਿਕਾਣੇ ਨੂੰ ਸਾਫ਼ ਸੁਥਰਾ ਬਣਾਉਣਾ ਪਵੇਗਾ ਤੇ ਇਹਨੂੰ ਪੱਕਾ ਬਣਾਉਣਾ ਪਵੇਗਾ ਜਿਹਦੇ ਵਿੱਚ ਆਪਾਂ ਰਹਿਣਾ ਹੈ। ਇਸ ਲਈ ਆ ਜਿਹੜਾ ਸਰੀਰ ਹੈ ਜਿਹਦੇ ਵਿੱਚ ਆਤਮਾ ਬੈਠੀ ਹੈ, ਜਿਹਦੀ ਸਹਾਇਤਾ ਲੈ ਕੇ ਆਪਾਂ ਮਾਲਕ ਨਾਲ ਜੁੜਨਾ ਹੈ। ਜ਼ਬਾਨ ਦੀ ਸਹਾਇਤਾ ਲਈ ਤੇ ਫਿਰ ਆਪਾਂ ਉਸ ਮਾਲਕ ਨਾਲ ਜੁੜ ਸਕਦੇ ਹਾਂ। ਜ਼ਬਾਨ ਦੇ ਨਾਲ ਜਪਾਂਗੇ ਵਾਹਿਗੁਰੂ ਵਾਹਿਗੁਰੂ, ਤਾਂ ਹੀ ਇਹ ਜਿਹੜਾ ਜਾਪ ਹੈ ਸਾਡੀ ਸੁਰਤ ਤੱਕ ਜਾਵੇਗਾ। ਪਹਿਲਾਂ ਜਾਪ ਜ਼ਬਾਨ ਨਾਲ ਕਰਨਾ, ਫਿਰ ਇਹ ਸੁਰਤ ਤੱਕ ਜਾਂਦਾ ਹੈ। ਜਾਪ ਤੋਂ, ਅਜਪਾ ਤੋਂ, ਫਿਰ ਅਨਹਦ ਤੱਕ, ਫਿਰ ਸੁਰਤ ਤੱਕ ਜਾਂਦਾ ਹੈ ਜਾਪ। ਇਸ ਲਈ ਮਹਾਂਪੁਰਖਾਂ ਨੇ ਆਖਿਆ ਕਿ ਸਰੀਰ ਦੀ ਤੰਦਰੁਸਤੀ ਵਾਸਤੇ ਵੀ ਧਿਆਨ ਰੱਖੋ ਕਿ ਸਾਦਾ ਖਾਓ, ਸਾਫ ਸੁਥਰਾ ਖਾਣਾ ਚਾਹੀਦਾ ਹੈ, ਸਾਫ ਸੁਥਰਾ ਤੇ ਹੈਲਥੀ ਪਦਾਰਥ ਖਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਸਾਨੂੰ ਸੋਹਣੀ ਹੈਲਥ ਮਿਲ ਸਕੇ। ਇਸ ਲਈ ਸਾਦਾ ਖਾਓ, ਸਾਫ ਸੁਥਰਾ ਖਾਓ। ਤੇ ਤੀਜਾ ਉਹਨਾਂ ਨੇ ਦੱਸਿਆ ਇਹ ਤਰੀਕਾ ਕਿ ਸਾਨੂੰ ਰੋਜ਼ ਕਸਰਤ ਵੀ ਕਰਨੀ ਚਾਹੀਦੀ ਹੈ। ਹੁਣ ਐਸਾ ਥੋੜ੍ਹਾ ਹੈ ਕਿ ਰੋਟੀ ਪਾਣੀ ਖਾਧੀ ਹੈ ਤੇ ਰੋਟੀ ਪਾਣੀ ਖਾ ਕੇ ਫਿਰ ਲੰਮੇ ਪੈ ਗਏ, ਨਹੀਂ। ਜੇ ਆਪਾਂ ਰੋਟੀ ਪਾਣੀ ਖਾ ਕੇ ਲੰਮੇ ਪੈ ਜਾਵਾਂਗੇ ਨਾ, ਤੇ ਸਾਡਾ ਜਿਹੜਾ ਪੇਟ ਹੈ ਨਾ, ਇਹ ਅੱਗੇ ਨੂੰ ਵੱਧ ਆਵੇਗਾ। ਪੇਟ ਜਦੋਂ ਸਾਡਾ ਪੇਟ ਅੱਗੇ ਨੂੰ ਵੱਧ ਜਾਵੇਗਾ, ਤੁਸੀਂ ਚੌਂਕੜੀ ਮਾਰ ਕੇ ਬੈਠ ਹੀ ਨਹੀਂ ਸਕਦੇ, ਤੇ ਨਾ ਤੁਸੀਂ ਆਪਣਾ ਮੇਰਡੰਡ ਸਿੱਧਾ ਕਰ ਸਕਦੇ ਹੋ। ਮੇਰਡੰਡ ਆਖਦੇ ਹਨ ਰੀੜ੍ਹ ਦੀ ਹੱਡੀ ਨੂੰ, ਜੋ ਸਾਡਾ ਲੱਕ ਹੈ, ਪਿਛਲਾ ਪਾਸਾ। ਕਿਉਂਕਿ ਬੰਦਗੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਵਧਾਨ ਹੋ ਕੇ ਬੈਠਣਾ। ਸਾਵਧਾਨ ਹੋ ਕੇ ਬੈਠਣ ਵਾਸਤੇ ਸਾਨੂੰ ਮੇਰਡੰਡ ਸਿੱਧਾ ਕਰਨਾ ਪੈਂਦਾ ਹੈ। ਆਪਣਾ ਲੱਕ, ਰੀੜ੍ਹ ਦੀ ਹੱਡੀ ਇੱਕਦਮ ਸਿੱਧੀ ਕਰਨੀ ਪੈਂਦੀ ਹੈ। ਰੀੜ੍ਹ ਦੀ ਹੱਡੀ ਤਾਂ ਸਿੱਧੀ ਹੋਵੇਗੀ ਜੇ ਸਾਡਾ ਪੇਟ ਅੰਦਰ ਨੂੰ ਹੋਵੇਗਾ। ਜੇ ਪੇਟ ਬਾਹਰ ਹੋਵੇਗਾ ਤੇ ਮੇਰਡੰਡ ਕਦੇ ਸਿੱਧਾ ਨਹੀਂ ਹੋ ਸਕਦਾ। ਰੀੜ੍ਹ ਦੀ ਹੱਡੀ, ਸਾਡੀ ਕਮਰ, ਸਾਡਾ ਲੱਕ ਕਦੇ ਸਿੱਧਾ ਨਹੀਂ ਹੋ ਸਕਦਾ। ਇਸ ਲਈ ਐਕਸਰਸਾਈਜ਼ ਇਹ ਵੀ ਬਹੁਤ ਜ਼ਰੂਰੀ ਹੈ। ਕਸਰਤ ਕਰਨੀ ਜਾਂ ਘਰ ਦੇ ਵਿੱਚ ਕੋਈ ਭਾਰਾ ਕੰਮ ਕਰਨਾ ਜਿਹਦੇ ਨਾਲ ਸਾਡਾ ਪੇਟ ਦਾ ਜ਼ੋਰ ਲੱਗੇ। ਇਹ ਖਾਸ ਤੌਰ ਤੇ ਮਰਦਾਂ ਵਾਸਤੇ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬੀਬੀਆਂ ਤੇ ਘਰ ਵਿੱਚ ਕਈ ਤਰ੍ਹਾਂ ਦਾ ਕੰਮ ਕਰਦੀਆਂ ਰਹਿੰਦੀਆਂ, ਜਿਸ ਕਰਕੇ ਸਰੀਰ ਜਿਹੜਾ ਹੈ ਉਹ ਤੰਦਰੁਸਤ ਰਹਿੰਦਾ ਹੈ। ਬੰਦਿਆਂ ਨੇ ਕੰਮ ਥੋੜ੍ਹਾ ਘਟਾ ਦਿੱਤਾ ਹੈ, ਖਾਸ ਤੌਰ ਤੇ ਅੱਜ ਕੱਲ੍ਹ ਦੇ ਨੌਜਵਾਨ ਲੜਕੇ, ਉਹਨਾਂ ਨੇ ਕੰਮ ਘਟਾ ਦਿੱਤਾ ਹੈ। ਇਸ ਲਈ ਸਰੀਰ ਜਿਹੜਾ ਕਮਜ਼ੋਰ ਹੋ ਗਿਆ। ਪਹਿਲਾ ਹੋ ਗਿਆ ਕਿ ਸਰੀਰ ਦੀ ਸਫਾਈ, ਦੂਜਾ ਹੋ ਗਿਆ ਕਿ ਚੰਗਾ ਖਾਣਾ ਚਾਹੀਦਾ ਹੈ, ਤੀਜਾ ਹੋ ਗਿਆ ਕਿ ਸਰੀਰ ਨੂੰ ਆਪਾਂ ਤੰਦਰੁਸਤ ਬਣਾਉਣਾ ਹੈ, ਉਹਦੇ ਵਾਸਤੇ ਕਸਰਤ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਚੌਥਾ ਇਹ ਸਾਧਨ ਆ ਜਾਂਦਾ ਏ, ਜਦੋਂ ਆਪਾਂ ਭਜਨ ਦੇ ਵਿੱਚ, ਸਿਮਰਨ ਦੇ ਵਿੱਚ ਬੈਠਣਾ ਏ ਤੇ ਸਾਡਾ ਜਿਹੜਾ ਮੇਰਡੰਡ ਹੈ, ਰੀੜ੍ਹ ਦੀ ਹੱਡੀ, ਇਹਨੂੰ ਇੱਕਦਮ ਸਾਵਧਾਨ ਕਰਕੇ, ਸਿੱਧਾ ਕਰਕੇ ਫਿਰ ਬੈਠਣਾ ਚਾਹੀਦਾ ਹੈ।
ਉਸ ਤੋਂ ਫਿਰ ਅਗਲਾ ਸਾਧਨ ਆ ਜਾਂਦਾ ਹੈ ਪੰਜਵਾਂ ਸਾਧਨ ਆ ਜਾਂਦਾ ਹੈ ਕਿ ਜਦੋਂ ਆਪਾਂ ਨਾਮ ਜਪਦੇ ਆ ਨਾ, ਜ਼ਬਾਨ ਦੇ ਨਾਲ ਨਾਮ ਜਪੀ ਜਾਣਾ। ਧਿਆਨ ਨੂੰ ਕਿਸ ਤਰ੍ਹਾਂ ਟਿਕਾਉਣਾ ਹੈ? ਧਿਆਨ ਨੂੰ ਟਿਕਾਉਣ ਦੇ ਕੁਝ ਸੂਤਰ ਦੱਸੇ ਹਨ। ਪੰਜਵਾਂ ਸਾਧਨ ਇਹ ਹੈ, ਜਦੋਂ ਤੁਸੀਂ ਜ਼ਬਾਨ ਦੇ ਨਾਲ ਜਪਣਾ ਹੈ ਨਾ, ਵਾਹਿਗੁਰੂ ਵਾਹਿਗੁਰੂ, ਪਹਿਲੀ ਗੱਲ ਤਾਂ ਇਹ ਕਿ ਸਾਡੇ ਸਵਾਸਾਂ ਦੀ ਜਿਹੜੀ ਪ੍ਰਣਾਲੀ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ। ਅਸੀਂ ਸਵਾਸ ਲੈਂਦੇ ਹਾਂ ਦੋ ਹਿੱਸਿਆਂ ਵਿੱਚ, ਤੇ ਜਦੋਂ ਨਾਮ ਜਪਣਾ ਹੈ ਤੇ ਨਾਮ ਨੂੰ ਇੱਕੋ ਸਵਾਸ ਦੇ ਵਿੱਚ ਜਪਣਾ ਹੈ, ਵਾਹਿਗੁਰੂ, ਉਹ ਵੀ ਲੰਮਾ ਕਰਕੇ, ਵਾਹਿਗੁਰੂ। ਜ਼ਬਾਨ ਦੇ ਨਾਲ ਨਾਮ ਜਪਣਾ ਤੇ ਜ਼ਬਾਨ ਦੇ ਨਾਲ ਜਪੀ ਜਾਣਾ, ਤੇ ਦੋ ਅੱਖਾਂ, ਦੋ ਪਰਵੱਟਿਆਂ ਦੇ ਵਿਚਕਾਰ ਜਿਹੜੀ ਜਗ੍ਹਾ ਹੈ ਉਹਨੂੰ ਆਗਿਆ ਚੱਕਰ ਆਖਿਆ ਜਾਂਦਾ ਹੈ। ਇੱਥੇ ਗੁਰੂ ਦਾ ਵਾਸਾ ਮੰਨਿਆ ਹੈ ਸੰਤ ਜਨਾਂ ਨੇ। ਇਸ ਕਰਕੇ ਦੋ ਪਰਵੱਟਿਆਂ ਦੇ ਵਿਚਕਾਰ ਧਿਆਨ ਲਾ ਕੇ, ਥੋੜ੍ਹਾ ਜਿਹਾ ਅੰਦਰ ਨੂੰ ਲਿਜਾ ਕੇ, ਇੱਥੇ ਧਿਆਨ ਲਾ ਕੇ, ਇੱਥੇ ਸੁਰਤ ਨੂੰ ਬਿਠਾ ਕੇ ਵਾਹਿਗੁਰੂ ਨੂੰ ਆਵਾਜ਼ਾਂ ਮਾਰਨੀਆਂ। ਬਸ ਜੇ ਇਹ 5-6 ਸਾਧਨ ਅਸੀਂ ਅਪਣਾ ਲਈਏ ਤੇ ਸਾਡਾ ਜਿਹੜਾ ਧਿਆਨ ਹੈ ਉਹ ਕੁਝ ਕੁ ਮਹੀਨਿਆਂ ਦੇ ਵਿੱਚ ਟਿਕਣਾ ਸ਼ੁਰੂ ਹੋ ਜਾਵੇਗਾ।